ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਚੋਣ ਪ੍ਰਚਾਰ ਹੁਣ ਖਤਮ ਹੋ ਚੁੱਕਿਆ ਹੈ। ਬਹੁਤ ਸਾਰੇ ਸਿਆਸੀ ਲੀਡਰ ਘਰਾਂ ਵਿੱਚ ਵਿਹਲੇ ਹੋ ਕੇ ਬੈਠ ਗਏ ਨੇ, ਕੰਮਕਾਰ ਹੋਰ ਵੀ ਹੋਣੇ ਨੇ। ਹੁਣ ਸੱਚੀ ਵਿਹਲੇ ਆ ਜਾਂ ਫਿਰ ਪ੍ਰਚਾਰ ਅਜੇ ਚੱਲਦਾ, ਕਿਸ ਤਰ੍ਹਾਂ ਦਾ ਚੱਲਦਾ ਉਹਦੇ ਬਾਰੇ ਗੱਲਬਾਤ ਕਰਾਂਗੇ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਸਿੱਖ ਸੰਤਾਂ ਨਾਲ ਮੁਲਾਕਾਤ ਕੀਤੀ ਹੈ। ਇਹਦੇ ਸਿਆਸੀ ਮਾਇਨੇ ਕੀ ਨੇ, ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ, ਪਰ ਪੰਨੂ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਚੋਣ ਪ੍ਰਚਾਰ ਖਤਮ ਹੋ ਚੁੱਕਿਆ। ਕੁਝ ਕੁ ਲੀਡਰਾਂ ਦਾ ਦਿਲ ਘਾਊ ਮਾਊ ਜਿਹਾ ਕਰਦਾ ਹੋਣਾ ਤੇ ਘਰ ਦੇ ਵਿੱਚ ਵਿਹਲੇ ਹੋ ਕੇ ਬੈਠ ਕੇ ਹੈ। ਕੀ ਲੱਗਦਾ ਕਿ ਵਾਕਈ ਵਿਹਲੇ ਹੋ ਗਏ ਹੋਣਗੇ ਜਾਂ ਫਿਰ ਕੋਈ ਕੰਮ ਹੈਗਾ, ਜਾਂ ਫਿਰ ਉਹ ਟੋਟਕਿਆਂ ਵਾਲਾ ਕੰਮ ਤਾਂ ਨਹੀਂ ਸ਼ੁਰੂ ਹੋ ਗਿਆ ਹੋਊਗਾ? ਨਹੀਂ, ਟੋਟਕਿਆਂ ਵਾਲਾ ਕੰਮ ਵੀ ਚੱਲਦਾ ਪਿਆ ਜੀ। ਇੱਕ ਸਾਈਟ ਨੇ ਕਹਿਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੱਟਾ ਦਾਨ ਕੀਤਾ ਮੱਝ ਦਾ ਜੀ, ਤੇ ਕਰ ਦੇਵੇ, ਫਿਰ ਕੀ ਕੀਤਾ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ, ਪਰ ਗੱਲਾਂ ਪੇਸ਼ ਕਰਨ ਵਾਲੇ ਤਾਂ ਬਹੁਤ ਹੁੰਦੇ ਆ। ਇੱਕ ਹੋਰ ਨੇ ਆਖਿਆ ਕਿ ਮੁੱਖ ਮੰਤਰੀ ਚੰਨੀ ਸਾਹਿਬ ਨੇ ਹਾਥੀ ਦੀ ਸਵਾਰੀ ਕੀਤੀ ਹੈ। ਇੱਕ ਨੇ ਆਖਿਆ ਜੀ ਕੋਈ ਲੀਡਰ ਹੋਰ ਉਹ ਜਾ ਕੇ ਗਾਵਾਂ ਨੂੰ ਪੇੜੇ ਚਾਰਦਾ ਪਿਆ ਜੀ। ਲੀਡਰਾਂ 'ਚੋਂ ਬਹੁਤ ਸਾਰੇ ਇਹੋ ਜਿਹੇ ਆ ਜਿਹੜੇ ਅੱਜ ਸਵੇਰੇ ਸੁੱਤੇ ਉੱਠਦਿਆਂ ਸਾਰੀ ਧਰਮ ਸਥਾਨਾਂ 'ਤੇ ਨਤਮਸਤਕ ਹੋਣ ਗਏ ਨੇ। ਵੱਡੇ ਬਾਦਲ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਗਏ, ਛੋਟੇ ਬਾਦਲ ਸਾਹਿਬ ਤੇ ਬੀਬੀ ਬਾਦਲ ਦਰਬਾਰ ਸਾਹਿਬ ਮੱਥਾ ਟੇਕਣ ਗਏ ਜੀ। ਬਿਕਰਮ ਸਿੰਘ ਮਜੀਠੀਆ ਤੇ ਬੀਬੀ ਮਜੀਠੀਆ ਮੱਥਾ ਟੇਕਣ ਗਏ। ਅੱਛਾ, ਇਹਨਾਂ 'ਚ ਕੁਝ ਲੋਕਾਂ ਦਾ ਤਾਂ ਪਤਾ ਲੱਗਾ ਵੀ ਮੱਥਾ ਟੇਕਣ ਗਏ, ਕੁਝ ਦਾ ਨਹੀਂ ਪਤਾ ਲੱਗਾ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਮੱਥਾ ਟੇਕਣ ਗਏ, ਉਹ ਵੀ ਗਏ ਨੇ। ਉਹਨਾਂ ਨੇ ਅੱਡ ਅੱਡ ਥਾਵਾਂ 'ਤੇ ਕਿਸੇ ਨੇ ਕਿਤੇ ਟੇਕ ਲਿਆ, ਕਿਸੇ ਨੇ ਕਿਤੇ ਟੇਕ ਲਿਆ, ਕਿਸੇ ਨੇ ਆਪਣੇ ਨਾਲ ਮੀਡੀਆ ਰੱਖ ਲਿਆ, ਕਿਸੇ ਨੇ ਨਹੀਂ ਰੱਖਿਆ। ਕੁਝ ਇਹੋ ਜਿਹੇ ਆ ਜਿਹੜੇ ਕਹਿੰਦੇ ਜੀ ਫਲਾਣੇ ਥਾਂ ਨਹੀਂ ਅਸੀਂ ਜਾਣਾ, ਅਸੀਂ ਤਾਂ ਫਲਾਣੇ ਬਾਬਿਆਂ ਦੇ ਜਾਣਾ। ਉਹ ਉਹਨਾਂ ਬਾਬਿਆਂ ਕੋਲ ਜਾਣ ਲੱਗ ਪੈਂਦੇ। ਆਪਣਾ ਆਪਣਾ ਇਸ਼ਟ ਹੈ, ਕੋਈ ਦੇਵੀ ਦੇ ਜਾਵੇ, ਕੋਈ ਬਾਬੇ ਦੇ ਜਾਵੇ, ਕੋਈ ਗੁਰੂ ਘਰ ਜਾਵੇ, ਕੋਈ ਮੰਦਿਰ 'ਚ ਜਾਵੇ, ਤੇ ਕੋਈ ਮਸਜਿਦ 'ਚ ਵੀ ਜਾਵੇ ਜੀ। ਮੈਂ ਵੇਖਿਆ ਇੱਥੇ ਕਈ ਹਿੰਦੂ ਤੇ ਸਿੱਖ ਪਰਿਵਾਰ ਹੈ ਜਿਹੜੇ ਮੁਸਲਮਾਨ ਪੀਰ ਦੀ ਦਰਗਾਹ ਦੇ ਉੱਤੇ ਪੂਜਾ ਕਰਨ ਵੀ ਜਾਂਦੇ, ਚਿਰਾਗ 'ਚ ਤੇਲ ਪਾਉਣ ਜਾਂਦੇ। ਤੇ ਇੱਥੇ ਮੈਂ ਇਹੋ ਜਿਹੇ ਮੁਸਲਮਾਨ ਤੇ ਹਿੰਦੂ ਵੇਖੇ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ। ਇਹੋ ਜਿਹੇ ਬਹੁਤ ਸਾਰੇ ਸਿੱਖਾਂ ਨੂੰ ਮੈਂ ਜਾਣਦਾ ਜਿਹੜੇ ਦੇਵੀ ਦੇ ਮੰਦਿਰ ਜਾ ਕੇ ਭੇਟਾਂ ਗਾਉਂਦੇ ਨੇ। ਆਪਣੀ ਆਪਣੀ ਸ਼ਰਧਾ ਤੁਸੀਂ ਕਿਸੇ ਨੂੰ ਰੋਕ ਥੋੜ੍ਹਾ ਸਕਦੇ। ਉਸ ਪਾਸੇ ਇਸ ਵੇਲੇ ਬਹੁਤੇ ਲੀਡਰ ਲੱਗੇ ਪਏ ਆ। ਉਹ ਸਮਝਦੇ ਆ ਕਿ ਵੋਟਰ ਵੀ ਭਗਵਾਨ ਹੈ, ਉਹਦੇ ਕੋਲ ਜਿੰਨਾ ਤਰਲਾ ਮਿੰਤ ਕਰਨਾ ਸੀ ਕਰ ਲਿਆ ਜੀ। ਅੱਜ ਦੂਸਰੇ ਭਗਵਾਨ ਕੋਲ ਵੀ ਤਰਲਾ ਮਿੰਤ ਕਰ ਲਓ। ਵੋਟਾਂ ਪੈਣ ਦੀ ਘੜੀ ਤੱਕ ਸਾਰਿਆਂ ਦੇ ਦਿਲ ਘਾਊ ਮਾਊ ਕਰਦੇ ਆ। ਉਹ ਘਾਊ ਮਾਊ ਕਰਨਾ, ਕਾਲਜਾ ਕੰਬਣਾ, ਉਹ ਜਿਹੜਾ ਬਾਬੇ ਦੀ ਬਾਣੀ 'ਚ ਆਉਂਦਾ, ਜੀਓ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜੇ ਮੈਂ ਇਹਦੇ ਵਿੱਚੋਂ ਕੋਈ ਅੱਖਰ ਵਾਧਾ ਘਾਟਾ ਭੁੱਲ ਚੁੱਕ ਕਰ ਗਿਆ ਹੋਣਾ ਤੇ ਮਾਫੀ ਚਾਹੁੰਦਾ। ਮਤਲਬ ਇਹਦਾ ਇਹ ਹੈ ਕਿ ਜਦੋਂ ਬੰਦਾ ਮੁਸ਼ਕਿਲ 'ਚ ਹੋਵੇ, ਜਦੋਂ ਉਹਨੂੰ ਚਿੰਤਾ ਹੋਵੇ ਤੇ ਹੱਦੋਂ ਵੱਧ ਚਿੰਤਾ ਹੋਵੇ, ਉਦੋਂ ਧਰਮ ਸਥਾਨਾਂ 'ਤੇ ਜਾਂਦਾ, ਗੁਰੂਆਂ ਪੀਰਾਂ 'ਤੇ ਜਾਂਦਾ। ਅੱਜ ਦਾ ਦਿਨ ਬਹੁਤ ਸਾਰੇ ਲੀਡਰਾਂ ਨੇ ਉਸ ਪਾਸੇ ਲਾਇਆ। ਅੱਧਾ ਕੁ ਦਿਨ ਲਾ ਕੇ ਬਾਕੀ ਅੱਧੇ ਦਿਨ 'ਚ ਉਹਨਾਂ ਨੇ ਫਿਰ ਆਪਣੇ ਬੰਦਿਆਂ ਨੂੰ ਖਿੱਚਿਆ, ਫਲਾਣੇ ਥਾਂ ਚੱਲ ਜਾਓ, ਫਲਾਣੇ ਪਿੰਡ ਗਏ ਕਿ ਨਹੀਂ, ਫਲਾਣੇ ਮਹੱਲੇ 'ਚ ਗਏ ਕਿ ਨਹੀਂ, ਫਲਾਣੇ ਦੇ ਘਰ ਜਾਣਾ ਸੀ, ਫਲਾਣੇ ਦੇ ਮਗਰ 150 ਵੋਟ ਆ, ਫਲਾਣੇ ਦੇ ਮਗਰ ਤੇ 3000 ਇਕੱਠੀ ਹੈ ਜੀ। ਕੁਝ ਲੀਡਰਾਂ ਨੇ ਸਵੇਰੇ ਜਾ ਕੇ ਪਹਿਲੇ ਗੁਨਾਹ ਮਾਫ ਕਰਵਾ ਲਏ ਤੇ ਰਾਤ ਨੂੰ ਉਹਨਾਂ ਨੇ ਸ਼ਰਾਬ ਦੀਆਂ ਪੇਟੀਆਂ ਤੇ ਨੋਟਾਂ ਦੀਆਂ ਦੱਥੀਆਂ ਵਰਤਾਉਣੀਆਂ, ਉਹ ਵੀ ਕੰਮ ਕਰਨ ਜਾਣਾ। ਉਹ ਸਾਰਾ ਕੁਝ ਹੀ ਹੁੰਦਾ ਪਿਆ। ਅਸਲੀ ਜਿਹੜਾ ਪੂਜਾ ਪਾਠ ਹੈ ਉਹ ਭਲਕੇ ਵੋਟਾਂ ਪੈਣ ਤੋਂ ਬਾਅਦ ਸ਼ੁਰੂ ਹੋਣਾ। ਫਿਰ ਇਹਨਾਂ ਕੋਲ ਖੁੱਲ੍ਹਾ ਟਾਈਮ ਹੋਊਗਾ। ਜੇ ਕਿਸੇ ਨੇ ਤਾਸ਼ ਖੇਡਣੀ ਆ ਤੇ ਉਹ ਵੀ ਜਾ ਕੇ ਚੌਕ ਵਿੱਚ ਖੇਡ ਲਵੇ ਜੀ। ਪਰ ਪਹਿਲਾ ਕੰਮ ਉਦੋਂ ਵੀ ਕਰਨਗੇ ਕਿ ਜਾ ਕੇ ਪੂਜਾ ਪਾਠ ਕਰਨਗੇ ਤਾਂ ਕਿ ਬੇੜੀ ਪਾਰ ਲਾ ਦੇ। ਆਹ ਕੰਮ ਹੋਊਗਾ ਨਾ ਕੁਛ ਜੀ। ਪੰਨੂ ਸਾਹਿਬ, ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਸੰਤਾਂ ਨਾਲ ਮੁਲਾਕਾਤ ਕੀਤੀ ਹੈ। ਸਿਆਸੀ ਪ੍ਰਭਾਵ ਕੀ ਹੋ ਸਕਦਾ ਹੈ ਇਸ ਮੁਲਾਕਾਤ ਦੇ, ਕੀ ਮਾਇਨੇ ਨਿਕਲਦੇ ਆ? ਮੈਂ ਕੱਲ੍ਹ ਤੋਂ ਅੱਜ ਦੇ ਦਰਮਿਆਨ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਕੀਤੀਆਂ, ਕੁਝ ਲੋਕਾਂ ਦੇ ਫੋਨ ਆਏ, ਕੁਝ ਨੂੰ ਮੈਂ ਵੀ ਕੀਤੇ। ਜਿਹੜਾ ਪਹਿਲਾ ਪ੍ਰਭਾਵ ਸੀ ਕਿ ਪ੍ਰਧਾਨ ਮੰਤਰੀ ਨੇ ਸਿੱਖ ਸੰਤਾਂ ਨੂੰ ਸੱਦਿਆ ਤੇ ਇਹਦੇ ਨਾਲ ਬੜਾ ਮਾੜਾ ਅਸਰ ਜਾਊਗਾ। ਐਨ ਚੋਣਾਂ ਦੇ ਕੰਢੇ 'ਤੇ ਜਾ ਕੇ ਸਾਰੇ ਸਾਧ ਸੰਤ ਪ੍ਰਧਾਨ ਮੰਤਰੀ ਕੋਲ ਕੀ ਲੈਣ ਗਏ, ਉਹ ਪ੍ਰਭਾਵ ਹੁਣ ਹੈ ਨਹੀਂ। ਤੁਸੀਂ ਇਹ ਵੇਖੋ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਦੋਂ ਅਸਤੀਫਾ ਉੱਥੇ ਦੇ ਕੇ ਗਿਆ
ਤੇ ਭਾਜਪਾ ਸ਼ਾਮਲ ਹੋਇਆ, ਅਕਾਲੀ ਦਲ ਦੇ ਲੀਡਰਾਂ ਨੇ ਵੀ ਬਹੁਤ ਨੁਕਤਾਚੀਨੀ ਕੀਤੀ ਜੀ ਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਇਹ ਕੰਮ ਹੀ ਨਹੀਂ ਸੀ। ਉਹਨੇ ਵੀ ਰੱਜ ਕੇ ਨੁਕਤਾਚੀਨੀ ਕੀਤੀ, ਸਾਡਾ ਬੰਦਾ ਡਰਾ ਕੇ ਤੁਸੀਂ ਧਮਕਾ ਕੇ ਲੈ ਗਏ ਆ। ਹੁਣ ਉਹੋ ਹੀ ਮਨਜਿੰਦਰ ਸਿੰਘ ਸਿਰਸਾ ਅਗਲੇ ਪਾਸੇ ਮਾਈਕ ਫੜ ਕੇ ਆਏ ਸੰਤਾਂ ਦਾ ਵੀ ਸਵਾਗਤ ਕਰ ਰਿਹਾ ਤੇ ਪ੍ਰਧਾਨ ਮੰਤਰੀ ਜੀ ਦਾ ਵੀ। ਉਹਦੇ ਤੋਂ ਬਾਅਦ ਉਸੇ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾਇਆ ਹਰਮੀਤ ਸਿੰਘ ਕਾਲਕਾ ਵੀ ਨਾਲ ਬੈਠਾ ਤੇ ਜਨਰਲ ਸੈਕਟਰੀ ਵੀ ਨਾਲ ਬੈਠਾ। ਸਿੱਖ ਸੰਤ ਕਿੰਨੇ ਸਾਰੇ ਉੱਥੇ ਚਲੇ ਗਏ ਨੇ, ਜਿਹੜੇ ਨਹੀਂ ਗਏ ਉਹਨਾਂ ਚੋਂ ਕਈਆਂ ਨੇ ਸੁਨੇਹੇ ਘੱਲਤੇ ਜੀ ਮੈਂ ਆ ਨਹੀਂ ਸਕਦਾ, ਪਰ ਉੱਦਾਂ ਜੋ ਤੁਸੀਂ ਹੁਕਮ ਕਰੋ ਅਸੀਂ ਨਾਲ ਹੀ ਹਾਂ। 2 ਤਖਤਾਂ ਦੇ ਪ੍ਰਤੀਨਿਧ ਤਖਤ ਪਟਨਾ ਸਾਹਿਬ ਜਿੱਥੇ 10ਵੇਂ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਜੀ ਉੱਥੋਂ ਦੇ ਜਥੇਦਾਰ ਸਾਹਿਬ ਵੀ ਵਿੱਚ ਆ ਕੇ ਬਹਿ ਗਏ ਤੇ ਤਖਤ ਹਜ਼ੂਰ ਸਾਹਿਬ ਤੋਂ ਵੀ ਇੱਕ ਪ੍ਰਤੀਨਿਧ ਆ ਗਿਆ। ਉਹ ਜਿੰਨੇ ਆਏ ਆ ਉਹਨਾਂ ਦਾ ਕਿਸੇ ਇੱਕ ਵੀ ਅਕਾਲੀ ਲੀਡਰ ਨੇ ਵਿਰੋਧ ਨਹੀਂ ਕੀਤਾ। ਅੱਜ ਸੁਖਬੀਰ ਸਿੰਘ ਬਾਦਲ ਨੂੰ 2-3 ਥਾਵਾਂ ਤੇ ਪੁੱਛਿਆ ਗਿਆ ਵੀ ਉਹ ਜੀ ਸਾਰੇ ਸਿੱਖ ਸੰਤ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਜੀ ਕੋਲ ਕੀ ਕਰਨ ਚਲੇ ਗਏ, ਉਹ ਗੱਲ ਟਾਲ ਗਿਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਨੂੰ ਪਤਾ ਵੀ ਜਿੰਨੇ ਵੀ ਜਥੇਦਾਰ ਹੁੰਦੇ ਆ ਨਾ, ਉਹ ਜਦ ਤੱਕ ਅਕਾਲੀ ਦਲ ਦਾ ਪ੍ਰਧਾਨ ਨਾ ਬੋਲੇ ਆਪ ਬੋਲਦੇ ਨਹੀਂ। ਹੁਣ ਜਦੋਂ ਉਹਨੇ ਇਹ ਵੇਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਪਿੱਛੋਂ ਦੂਸਰਾ, ਦੂਸਰੇ ਪਿੱਛੋਂ ਤੀਸਰਾ, ਇੰਨੇ ਸਾਰੇ ਉਹਨੇ ਕਦਮ ਚੁੱਕੇ ਆ ਜਿਨ੍ਹਾਂ ਦਾ ਹੌਲੀ ਹੌਲੀ ਸਿੱਖ ਸੰਤ ਸਵਾਗਤ ਕਰਨ ਲੱਗ ਪਏ ਨੇ। ਜਿਹੜਾ ਉਹ ਵੀਰਬਾਲ ਦਿਵਸ ਮਨਾਉਣ ਵਾਲਾ ਕੰਮ ਸੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੀ, ਉਹਦੀ ਨੁਕਤਾਚੀਨੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਕਰ ਦਿੱਤੀ ਸੀ ਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਵੀ। ਪਰ ਜਦੋਂ ਸਿੱਖ ਸੰਤਾਂ ਨੂੰ ਪੁੱਛਦੇ ਆ ਤੇ ਸਿੱਖ ਸੰਗਤਾਂ ਨੂੰ ਪੁੱਛਦੇ ਆ, ਸੰਤਾਂ ਦੀ ਆਵਾਜ਼ ਵੀ ਇਹੋ ਹੀ ਆਉਂਦੀ ਹੈ ਕਿ ਪ੍ਰਧਾਨ ਮੰਤਰੀ ਨੇ ਠੀਕ ਕੀਤਾ, ਸੰਗਤਾਂ ਦੀ ਆਵਾਜ਼ ਵੀ ਇਹੋ ਆਉਂਦੀ ਹੈ ਜੀ। ਹੁਣ ਇਸ ਮੌਕੇ ਤੇ ਜੇ ਅਕਾਲੀ ਪਾਰਟੀ ਵਿਰੋਧ ਕਰਦੀ ਹੈ ਤਾਂ ਵੀ ਮਾਰ ਖਾਂਦੀ ਹੈ, ਨਹੀਂ ਵਿਰੋਧ ਕਰਦੀ ਤੇ ਇਹਨਾਂ ਦੇ ਨਾਲ ਬੰਦੇ ਇੱਕ ਇੱਕ ਕਰਕੇ ਉੱਧਰ ਤੁਰੇ ਜਾਂਦੇ ਆ। ਉਹਦੇ ਵਿੱਚੋਂ ਫਿਰ ਇੱਕ ਗੱਲ ਕੱਲ੍ਹ ਦੀ ਚੱਲਦੀ ਪਈ ਜੋ ਮੇਰੇ ਕੋਲ ਪਹੁੰਚੀ, ਉਹ ਇਹ ਆ ਕਿ ਭੱਜੀਆਂ ਬਾਈ ਗੱਲ ਨੂੰ ਆਉਂਦੀਆਂ ਹੁੰਦੀਆਂ, ਨੁਕਸਾਨ ਅਸੀਂ ਵੀ ਕਰਾ ਲਿਆ, ਨੁਕਸਾਨ ਭਾਜਪਾ ਨੇ ਵੀ ਕਰਾ ਲਿਆ। ਬਿਹਤਰ ਇਹ ਹੈ ਕਿ ਜੋਣਾ ਜੇ ਵੋਟਾਂ ਪੈਂਦੀਆਂ ਤੱਕ ਨਹੀਂ ਤੇ ਵੋਟਾਂ ਪੈਣ ਤੋਂ ਬਾਅਦ ਇੱਕ ਵਾਰੀ ਫਿਰ ਇਕੱਠੇ ਹੋਣ ਦਾ ਰਾਹ ਕੱਢਿਆ ਜਾਵੇ। ਜੀ, ਉਹ ਰਾਹ ਨਿਕਲਦਾ ਕਿ ਨਹੀਂ ਨਿਕਲਦਾ ਮੈਨੂੰ ਨਹੀਂ ਪਤਾ, ਪਰ ਇਸ ਇੱਕੋ ਕਦਮ ਦੇ ਨਾਲ ਕੱਲ੍ਹ ਸਾਧਾਂ ਸੰਤਾਂ ਨਾਲ ਮੀਟਿੰਗ ਕਰਨ ਨਾਲ, ਸਿੱਖ ਸੰਤਾਂ ਧਾਰਮਿਕ ਆਗੂਆਂ ਨਾਲ ਮੀਟਿੰਗ ਕਰਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੰਨਾ ਕੁਝ ਘਟ ਗਿਆ ਜਿਹੜਾ ਪਿਛਲੇ ਸਮੇਂ 'ਚ ਨਹੀਂ ਸੀ। ਜਿੱਦਾਂ ਉਦੋਂ ਤੇ ਉਹਦੀ ਪਾਰਟੀ ਨੂੰ ਇਹ ਸਮਝਿਆ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਜੀ ਤਾਂ ਇਹ ਤਾਂ ਜੀ ਪਾਰਟੀ ਵੀ ਤੇ ਇਹ ਵੀ ਸਿੱਖਾਂ ਦੇ ਖਿਲਾਫ ਨੇ। ਹੌਲੀ ਹੌਲੀ ਇੱਦਾਂ ਲੱਗਦਾ ਜਿਵੇਂ ਸਿੱਖ ਸੰਤ ਪਹਿਲਾਂ ਮੋੜ ਕੱਟਿਆ ਤੇ ਉਹ ਬਾਣੀ ਵੀ ਕਹਿੰਦੇ ਆ ਜਿੱਧਰ ਨੂੰ ਸੰਤ ਜਾਂਦੇ ਫਿਰ ਮਗਰ ਬਾਕੀ ਵੀ ਭੀੜ ਚੱਲ ਜਾਂਦੀ ਹੁੰਦੀ ਹੈ, ਉਹ ਬਾਕੀ ਸੰਗਤਾਂ ਵੀ ਉਸ ਪਾਸੇ ਨੂੰ ਤੁਰਨਾ ਜਾਂਦੀਆਂ ਹੁਣ। ਇਸ ਕਰਕੇ ਉਹਨਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਮੁੜ ਸੋਚਣਾ ਪੈ ਰਿਹਾ ਜੀ। ਪਰ ਸਾਹਿਬ ਅਰਵਿੰਦ ਕੇਜਰੀਵਾਲ ਤੇ ਦੋਸ਼ ਲੱਗਾ ਕਿ ਉਹਨੇ ਖਾਲਿਸਤਾਨ ਦਾ ਸਮਰਥਨ ਕੀਤਾ ਜਾਂ ਉਹ ਸਮਰਥਕ ਹੈ, ਇਹ ਗੱਲ ਕਹੀ ਗਈ ਹੈ ਕੁਮਾਰ ਵਿਸ਼ਵਾਸ ਨੇ। ਹੁਣ ਚਰਚਾ ਚੱਲਦੀ ਪਈ ਹੈ ਕਿ ਉਹਨਾਂ ਦੇ ਖਿਲਾਫ ਜਾਂਚ ਹੋਣੀ ਹੈ। ਪੰਜਾਬ ਵਾਲੇ ਪਾਸੋਂ ਇੱਕ ਚਿੱਠੀ ਲਿਖੀ ਜਾਂਦੀ ਹੈ, ਉਸ ਮਾਮਲੇ ਤੇ ਸਾਰਾ ਕੁਝ ਆਉਣ ਵਾਲੇ ਸਮੇਂ ਵਿੱਚ ਕਿਵੇਂ ਦੇਖਦੇ ਆ, ਜਾਂਚ ਖੁੱਲ੍ਹੇਗੀ? ਦੇਖੋ, ਅਰਵਿੰਦ ਕੇਜਰੀਵਾਲ ਬਾਰੇ ਅੱਗੇ ਵੀ 1-2 ਵਾਰੀ ਗੱਲਾਂ ਆਈਆਂ ਸੀ ਕਿ ਇਹ ਕਾਹਲੀ 'ਚ ਦੋਸਤਾਂ ਮਿੱਤਰਾਂ 'ਚ ਬੈਠਿਆਂ ਕਦੇ ਕਦਾਈ ਕੋਈ ਥੋੜ੍ਹੀ ਜਿਹੀ ਜ਼ਿਆਦੀ ਗੱਲ ਕਹਿ ਜਾਂਦਾ। ਕੋਈ ਗੱਲ ਹੋ ਸਕਦਾ ਕਦੇ ਇੱਦਾਂ ਦੋਸਤਾਂ ਮਿੱਤਰਾਂ 'ਚ ਬੈਠਿਆਂ ਕੁਮਾਰ ਵਿਸ਼ਵਾਸ ਨਾਲ ਇਹਨੇ ਕਹਿਤੀ ਹੋਵੇ, ਉਹ ਗੱਲ ਹਾਸੇ 'ਚ ਕਈ ਵੀ ਹੋ ਸਕਦੀ ਹੈ ਜੀ, ਸੀਰੀਅਸਲੀ ਵੀ ਹੋ ਸਕਦੀ ਹੈ। ਉਹ ਬੰਦਾ ਇੰਨੇ ਸਾਲ ਗੁੱਛੀ ਮਾਰ ਕੇ ਬੈਠਾ ਰਿਹਾ, ਹੁਣ ਆ ਕੇ ਉਹਨੇ ਕੱਢ ਕੇ ਬਾਹਰ ਸੁੱਟ ਦਿੱਤੀ। ਉਹਦੀ ਉਹ ਗੱਲ ਕੇਜਰੀਵਾਲ ਦਾ ਕਿੰਨਾ ਨੁਕਸਾਨ ਕਰਦੀ ਕਿੰਨਾ ਨਹੀਂ ਕਰਦੀ ਇਹ ਤਾਂ ਬਾਅਦ ਦੀਆਂ ਗੱਲਾਂ। ਪਹਿਲਾ ਨੁਕਸਾਨ ਕੁਮਾਰ ਵਿਸ਼ਵਾਸ ਦਾ ਆਪਣਾ ਕੀਤਾ ਕਿ ਇਹ ਕੁਮਾਰ ਵਿਸ਼ਵਾਸ ਹੈ ਜਾਂ ਵਿਸ਼ਵਾਸਘਾਤ ਹੈ ਜੀ। ਇੰਨਾ ਚਿਰ ਤੱਕ ਜਿਹੜੀ ਗੱਲ 2 ਦੋਸਤਾਂ 'ਚ ਆਪਸ ਵਿੱਚ ਹੋਈ ਸੀ, ਜੇ ਹੁਣ ਤੱਕ ਉਹ ਦੱਬੀ ਸੀ ਤੇ ਹੁਣ ਉਹਦੇ ਸਾਹਮਣੇ ਕੀ ਮਜਬੂਰੀ ਬਣ ਗਈ ਜਾਂ ਕਿਹੜੀ ਲੋੜ ਇੰਨੀ ਜ਼ਰੂਰੀ ਬਣ ਗਈ ਕਿ ਉਹਨੂੰ ਬਾਹਰ ਆ ਕੇ ਗੱਲ ਦੱਸਣੀ ਪਈ। ਇਹਦੇ ਬਾਰੇ ਕੁਮਾਰ ਵਿਸ਼ਵਾਸ ਨੂੰ ਵੀ ਬਹੁਤ ਸਾਰੇ ਲੋਕਾਂ ਤੋਂ ਸਵਾਲਾਂ ਦਾ ਜਵਾਬ ਦੇਣਾ ਪੈਣਾ। ਰਹਿ ਗਈ ਗੱਲ ਕੇਜਰੀਵਾਲ ਦੀ, ਉਹਨੂੰ ਇਹ ਤਾਂ ਕੋਈ ਨਾ ਕੋਈ ਸਪਸ਼ਟੀਕਰਨ ਦੇਣਾ ਚਾਹੀਦਾ। ਉਹਨੇ ਸਪਸ਼ਟੀਕਰਨ ਨਹੀਂ ਦਿੱਤਾ। ਉਹਨੇ ਕਿਹਾ ਜੀ ਮੈਂ ਤਾਂ ਭਗਤ ਸਿੰਘ ਦਾ ਚੇਲਾ, ਭਗਤ ਸਿੰਘ ਨੂੰ ਵੀ ਅੱਤਵਾਦੀ ਕਹਿੰਦੇ ਸੀ, ਮੈਨੂੰ ਵੀ ਕਹੀ ਜਾਂਦੇ ਆ। ਚਲੋ ਇਹ ਉਹਦਾ ਆਪਣਾ ਢੰਗ ਹੈ ਗੱਲ ਕਰਨ ਦਾ, ਹੁਣ ਨਹੀਂ ਤੇ ਚੋਣਾਂ ਤੋਂ ਪਿੱਛੋਂ ਹੀ ਸਫਾਈ ਦੇ ਦੇ ਜੀ। ਪਰ ਇਹ ਗੱਲ ਆਪਣੀ ਥਾਂ ਜਿੱਦਾਂ ਦਾ ਖੜੇ ਪੈਰ ਸਮਝਿਆ ਜਾਂਦਾ ਸੀ ਕਿ ਕੁਮਾਰ ਵਿਸ਼ਵਾਸ ਦੀ ਇਸ ਗੱਲ ਨਾਲ, ਇਹਦੇ ਬਾਅਦ ਚਰਨਜੀਤ ਸਿੰਘ ਚੰਨੀ ਵੱਲੋਂ ਕੇਂਦਰ ਸਰਕਾਰ ਨੂੰ ਪੜਤਾਲ ਦੀ ਚਿੱਠੀ ਲਿਖਣ ਨਾਲ, ਤੇ ਫਿਰ ਅੱਗੋਂ
ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੜਤਾਲ ਦਾ ਭਰੋਸਾ ਦੇਣ ਨਾਲ ਜਿੰਨਾ ਸਮਝਿਆ ਜਾਂਦਾ ਸੀ ਨੁਕਸਾਨ ਹੋਊਗਾ ਕੇਜਰੀਵਾਲ ਦਾ ਜਾਂ ਆਮ ਆਦਮੀ ਪਾਰਟੀ ਦਾ, ਉਹਨਾਂ ਨਹੀਂ ਹੋ ਸਕਿਆ। ਲੋਕੀ ਐਨ ਸਿਰੇ ਤੇ ਗਈ ਚੋਣ ਤੋਂ ਆਮ ਤੌਰ ਤੇ ਸਮਝ ਲੈਂਦੇ ਵੀ ਕੁਮਾਰ ਵਿਸ਼ਵਾਸ ਦੇ ਕੋਈ ਪੁਰਾਣੀ ਰਿਕਾਰਡ ਕੱਢਣ ਦਾ ਚੋਣ ਸਟੰਟ ਹੋ ਸਕਦਾ। ਜੇ ਇਹੋ ਗੱਲ ਉਹਨੇ 4 ਦਿਨ ਪਹਿਲਾਂ ਆਖੀ ਹੁੰਦੀ, ਹੁਣ ਤੱਕ ਉਹਦੀ ਪੜਤਾਲ ਵੀ ਹੋ ਜਾਂਦੀ, ਪਰਚਾ ਦਰਜ ਵੀ ਹੋ ਜਾਂਦਾ, ਸਭ ਕੁਝ ਹੋ ਜਾਂਦਾ। ਕੁਛ ਹੋਰ ਲੋਕਾਂ ਤੇ ਵੀ ਤੇ ਹੋਏ ਆ, ਉੱਤੇ ਵੀ ਹੋ ਜਾਂਦਾ। ਪਰ ਜਦੋਂ ਪਹਿਲਾਂ ਬੈਠੇ ਰਹੇ ਤੇ ਅਚਾਨਕ ਜਦੋਂ ਚੋਣਾਂ ਦੇ ਬਿਲਕੁਲ ਦਰਵਾਜ਼ੇ ਤੇ ਪਹੁੰਚ ਗਈਆਂ, ਪੋਲਿੰਗ ਪਾਰਟੀਆਂ ਨੂੰ ਮਸ਼ੀਨਾਂ ਅਲਾਟ ਹੋ ਚੱਲੀਆਂ ਤੇ ਉਧਰ ਨੂੰ ਤੁਰ ਪੈਣ ਲੱਗੀਆਂ ਨੇ, ਉਦੋਂ ਕੱਛ ਚੋਂ ਮੂੰਗਲੀ ਕੱਢ ਕੇ ਮਾਰ ਦਿਓ ਜੀ। ਇਹ ਆਮ ਪੇਂਡੂ ਬੋਲੀ 'ਚ ਇਹੋ ਜਿਹੇ ਕੰਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਮੇਰਾ ਖਿਆਲ ਹੈ ਕਿ ਜਿਹੜੇ ਲੋਕ ਆਪਣਾ ਆਪਣਾ ਮਨ ਕਿਸੇ ਪਾਸੇ ਬਣਾ ਚੁੱਕੇ ਆ, ਉਹਨਾਂ 'ਚੋਂ ਕਿਸੇ ਨੇ ਬਦਲਣਾ ਨਹੀਂ। ਫਿਰ ਵੀ 19-21 ਜੇ ਕੋਈ ਫਰਕ ਪੈ ਜਾਵੇ ਤੇ ਮੈਨੂੰ ਹੈਰਾਨੀ ਨਹੀਂ ਹੋਊਗੀ, ਪਰ ਬਹੁਤਾ ਨਹੀਂ ਪੈ ਸਕਦਾ। ਇਹ ਇਹੋ ਜਿਹੀ ਗੱਲ 19-21 ਤਾਂ ਕਿਤੇ ਨਾ ਕਿਤੇ ਵੀ ਪੈ ਜਾਂਦਾ, ਇਹੋ ਜਿਹੀ ਗੱਲ ਕੋਈ ਨਹੀਂ। ਪਰ ਬਾਕੀ ਜਿੱਥੇ ਜਿੱਥੇ ਫੌਜਾਂ ਪਹੁੰਚ ਚੁੱਕੀਆਂ ਨੇ ਸਾਰੀਆਂ ਤਰ੍ਹਾਂ, ਉੱਥੇ ਇਹਦੇ ਤੋਂ ਬਾਅਦ ਜ਼ਿਆਦਾ ਕਿਸੇ ਫਰਕ ਪੈਣ ਦੀ ਗੁੰਜਾਇਸ਼ ਹੁਣ ਨਹੀਂ ਲੱਭਦੀ ਜੀ। ਉਧਰ ਪੰਨੂ ਸਾਹਿਬ, ਡੇਰਾ ਸਿਰਸਾ ਨੇ ਵੀ ਐਤਕੀ ਪੱਤੇ ਖੋਲ੍ਹ ਦਿੱਤੇ ਆ, ਕਹਿੰਦੇ ਵੋਟਾਂ ਪਾ ਦਿਓ। ਫਿਰ ਵੰਡਵੀਂ ਜਿਹੀ ਗੱਲ ਕੀਤੀ ਹੈ, ਕਿਸੇ ਇੱਕ ਪਾਰਟੀ ਵੱਲ ਝੁਕਾ ਨਹੀਂ ਲੱਗਦਾ, ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਹੈ ਤੇ ਕਾਂਗਰਸ ਦਾ ਲੱਗਦਾ ਪੱਤਾ ਕੱਟ ਦਿੱਤਾ। ਦੇਖੋ, ਡੇਰਾ ਸੱਚਾ ਸੌਦਾ ਬਾਰੇ ਇਹ ਮੁਸ਼ਕਲ ਹੈ ਕਿ ਉਹ ਬਕਾਇਦਾ ਚਿੱਠੀ ਲਿਖਤੀ ਤੇ ਕੋਈ ਜਾਰੀ ਕਰਦੇ ਨਹੀਂ, ਜੇ ਕਰਦੇ ਹੋਣ ਤੇ ਬਾਹਰ ਆਉਂਦੀ ਨਹੀਂ ਜੀ। ਉਹ ਤੇ ਬੰਦਿਆਂ ਦੇ ਕੰਨਾਂ 'ਚ ਫੂਕਾਂ ਮਾਰਦੇ। ਜਿਹੜਾ ਪੁਰਾਣਾ ਚੁਟਕਲਾ ਚੱਲਦਾ ਹੁੰਦਾ ਸੀ ਨਾ ਕਿ ਜਿਹੜੇ ਕੰਨ 'ਚ ਫੂਕ ਮਾਰ ਕੇ ਨਾਮ ਦਿੰਦੇ ਆ। ਕਿਸੇ ਨੇ ਪੁੱਛਿਆ ਵੀ ਉਹ ਤੈਨੂੰ ਕੀ ਕਹਿੰਦੇ ਸੀ, ਕਹਿੰਦਾ ਮੇਰੇ ਕੰਨ 'ਚ ਕਹਿੰਦੇ ਸੀ ਕੰਨਾ ਮੰਨਾ ਕੁਰੂ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਜੀ। ਹੁਣ ਇਹ ਜਿਹੜਾ ਕੰਨਾ ਮੰਨਾ ਕੁਰੂ ਕਰਨ ਵਾਲਾ ਕੰਮ ਹੈ, ਇਹ 'ਚ ਬਾਹਰ ਬੈਠਿਆਂ ਨੂੰ, ਤੁਹਾਨੂੰ, ਸਾਨੂੰ, ਹੋਰ ਲੋਕਾਂ ਨੂੰ ਕੀ ਪਤਾ ਲੱਗੇ ਉਹਨਾਂ ਕੀ ਆਖਿਆ। ਬਿਲਕੁਲ। ਜਿਹੜੀਆਂ ਗੱਲਾਂ ਨਿਕਲ ਕੇ ਆਈਆਂ ਤੇ ਪਿਛਲੇ 1 ਘੰਟੇ 'ਚ ਕਈਆਂ ਵੈਬਸਾਈਟਾਂ ਤੇ ਚੜ੍ਹ ਗਈਆਂ, ਉਹ ਇਹ ਦੱਸਦੀਆਂ ਕਿ ਡੇਰਾ ਸੱਚਾ ਸੌਦਾ ਵਾਲਿਆਂ ਨੇ ਆਖਿਆ ਕਿ ਜਿੱਥੇ ਕਿਤੇ NDA ਜਾਂ ਭਾਜਪਾ ਗੱਠਜੋੜ ਦੇ ਲੋਕ ਜਿੱਤਦੇ ਆ, ਪਹਿਲੀ ਜਿਹੜੀ ਪਹਿਲ ਆ ਇਹਨਾਂ ਨੂੰ ਦੇਣੀ ਹੈ। ਜਿੱਥੇ ਇਹ ਜੇਤੂ ਪੋਜੀਸ਼ਨ 'ਚ ਨਹੀਂ ਆ ਸਕਦੇ, ਉੱਥੇ ਬਾਕੀਆਂ ਦੇ ਵਿੱਚੋਂ ਅਕਾਲੀ ਪਾਰਟੀ ਨੂੰ ਪਹਿਲ ਦੇਣੀ ਹੈ। ਜਿੱਥੇ ਇਹ ਦੋਵੇਂ ਨਹੀਂ, ਉੱਥੇ ਕੀ ਕਰਨਾ ਹੈ, ਮਾਮਲਾ ਗੋਲ ਕਰ ਦਿੱਤਾ ਗਿਆ ਜੀ। ਇੱਕ ਮੈਂ ਦੱਸ ਦਿਆਂ ਕਿ ਇਹ ਡੇਰਾ ਸੱਚਾ ਸੌਦਾ ਦਾ ਫਤਵਾ ਆਵੇ ਜਾਂ ਨਾ ਆਵੇ, ਪਿਛਲਿਆਂ ਦਿਨਾਂ 'ਚ ਜਿਹੜਾ ਇੱਥੇ ਆ ਕੇ ਜ਼ੋਰ ਲਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਜਿੱਦਾਂ ਉਹਨੇ ਸਿੱਖ ਮੁੱਦਿਆਂ ਨੂੰ ਉਭਾਰ ਕੇ ਆਖਿਆ ਮੇਰੀ ਸਰਕਾਰ ਨੇ ਆਹ ਕੀਤਾ, ਜਿਵੇਂ ਅਮਿਤ ਸ਼ਾਹ ਨੇ ਆ ਕੇ ਜ਼ੋਰ ਲਾਇਆ, ਰਾਜਨਾਥ ਸਿੰਘ ਨੇ ਸਭ ਤੋਂ ਵੱਧ ਗੇੜੇ ਲਾਏ, ਉਹਨਾਂ ਸਾਰਿਆਂ ਦਾ ਕੁਝ ਨਾ ਕੁਝ ਅਸਰ ਤਾਂ ਭਾਰਤੀ ਜਨਤਾ ਪਾਰਟੀ ਤੇ ਉਹਦੇ ਹਮਾਇਤੀਆਂ ਦੇ ਪੱਖ 'ਚ ਵੈਸੇ ਹੀ ਪੈਂਦਾ ਜੀ। ਦੂਸਰਾ, ਅਕਾਲੀ ਦਲ ਜਿਹੜੀ ਪਾਰਟੀ ਨੂੰ ਬਿਲਕੁਲ ਮਰਿਆ ਸਮਝਿਆ ਜਾਂਦਾ ਸੀ, ਪਿਛਲੇ 6 ਮਹੀਨਿਆਂ ਦੀ ਸਰਗਰਮੀ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਆ, ਉਹਨੂੰ ਕੋਈ ਕੁਛ ਆਖੀ ਜਾਵੇ, ਨਾਵਾਂ ਦੇ ਨਾਂ ਕੋਈ ਪਾਈ ਜਾਵੇ, ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹਦੇ ਆਉਂਦੇ ਦੇ ਖਿਲਾਫ ਨਾਅਰੇ ਲੱਗੇ, ਉਹਨੇ ਪਰਵਾਹ ਨਹੀਂ ਕੀਤੀ। ਉਹਨੂੰ ਵੱਟੇ ਵੱਜੇ, ਉਹਨੇ ਪਰਵਾਹ ਨਹੀਂ ਕੀਤੀ। 4-5 ਥਾਵਾਂ ਤੇ ਲੋਕਾਂ ਉੱਤੇ ਛਿੱਤਰ ਵੀ ਸੁੱਟੇ, ਉਹਨੇ ਕੋਈ ਪਰਵਾਹ ਨਹੀਂ ਕੀਤੀ, ਲੱਗਾ ਗਿਆ। ਅੱਜ ਉਹਦੀ ਪਾਰਟੀ ਜਿਹੜੀਆਂ ਉੱਪਰਲੀਆਂ ਰਾਜ ਤਖਤ ਵਾਸਤੇ ਲੜਦੀਆਂ 3 ਧਿਰਾਂ, ਉਹਨਾਂ ਮੁਕਾਬਲੇ ਦੀਆਂ 3 ਧਿਰਾਂ 'ਚੋਂ ਇੱਕ ਹੈ। ਮੈਂ ਜਾਣ ਕੇ ਪਹਿਲੀ, ਦੂਜੀ, ਤੀਜੀ ਨਹੀਂ ਗਿਣਦਾ ਪਿਆ, ਕਿਉਂਕਿ ਹੁਣ ਆਹ ਮੌਕਾ ਨਹੀਂ ਅਸੀਂ ਇਹੋ ਜਿਹੀ ਗੱਲ ਵੋਟਰਾਂ ਨੂੰ ਆਖੀਏ, ਪਰ ਇਹ ਮੰਨਣਾ ਪਊ ਕਿ ਉਸ ਬੰਦੇ ਨੇ ਆਪਣੀ ਪਾਰਟੀ ਨੂੰ ਉਭਾਰਨ ਵਾਸਤੇ ਸਾਰਾ ਜ਼ੋਰ ਲਾਇਆ ਤੇ ਉਹਦਾ ਉਹਨੂੰ ਫਾਇਦਾ ਹੋ ਗਿਆ ਜੀ। ਜਿੰਨਾ ਹੋਣਾ ਸੀ ਹੋ ਗਿਆ। ਅੱਛਾ, ਇਹ ਵੀ ਇੱਕ ਜੇ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਵਾਸਤੇ ਉੱਥੇ ਅੰਮ੍ਰਿਤਸਰ ਪੂਰਬੀ ਦੀ ਸੀਟ ਤੇ ਜਾ ਕੇ ਲੱਤ ਨਾ ਗੱਡ ਦਿੰਦਾ, ਫਿਰ ਨਵਜੋਤ ਸਿੰਘ ਸਿੱਧੂ ਬਾਹਰ ਜਾ ਕੇ ਪੰਜਾਬ ਭਰ 'ਚ ਕਾਂਗਰਸ ਦੀ ਕੁਝ ਮਦਦ ਕਰਦਾ ਜਾਂ ਨਾ ਕਰਦਾ, ਮਜੀਠੀਆ ਨੇ ਸਾਰੇ ਪੰਜਾਬ 'ਚ ਘੁੰਮਣਾ ਸੀ। ਹੁਣ ਉਹ ਘੁੰਮ ਨਹੀਂ ਸਕਿਆ। ਬਿਲਕੁਲ। ਜਿੱਥੇ ਜਿੱਥੇ ਥੋੜ੍ਹਾ ਬਹੁਤ ਜਾ ਸਕਦਾ ਸੀ ਜਾ ਆਇਆ, ਬਾਕੀ ਥਾਵਾਂ 'ਤੇ ਨਹੀਂ ਗਿਆ। ਜਦੋਂ ਉਹ ਜਾ ਨਹੀਂ ਸਕਿਆ, ਫਿਰ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ, ਉਹਨਾਂ ਦੋਵਾਂ ਨੇ ਜਿੰਨੀ ਕੁ ਕੰਪੇਨ ਕੀਤੀ, ਜਿੰਨੀ ਕੁ ਮੁਹਿੰਮ ਚਲਾਈ, ਉਸ ਮੁਹਿੰਮ ਦਾ ਉਹਨਾਂ ਦੇ ਕੈਂਡੀਡੇਟ ਮੰਨਦੇ ਆ ਕਿ ਸਾਨੂੰ ਫਾਇਦਾ ਹੋਇਆ। ਕਿੰਨਾ ਹੋਇਆ ਕਿੰਨਾ ਨਹੀਂ, ਇਹਦੀ ਗਿਣਤੀ ਮਿਣਤੀ 'ਚ ਮੈਂ ਫਿਰ ਨਹੀਂ ਪੈਣਾ ਜੀ। ਸੀਟਾਂ ਕਿੰਨੀਆਂ ਆਉਣਗੀਆਂ ਸਾਨੂੰ ਕੀ ਪਤਾ। ਮੈਨੂੰ ਕੱਲ੍ਹ ਇੱਕ ਸੱਜਣ ਨੇ ਪੁੱਛਿਆ ਸੀ ਤੁਹਾਡੇ ਖਿਆਲ ਵਿੱਚ ਕਿਹੜੀ ਪਾਰਟੀ ਜਿੱਤੇਗੀ। ਮੈਂ ਕਿਹਾ ਭੇਦ ਦਾ ਸਵਾਲ ਹੈ, ਤੈਨੂੰ ਮੈਂ ਦੱਸ ਤਾਂ ਦਿੰਦਾ, ਮੈਨੂੰ ਪਤਾ ਹੀ ਕਿਹੜੀ ਪਾਰਟੀ ਨੇ ਜਿੱਤਣਾ, ਪਰ ਇਸ ਸ਼ਰਤ 'ਤੇ ਦੱਸੂਗਾ ਕਿ ਤੂੰ ਬਾਹਰ ਜਾ ਕੇ ਹੁਣ ਦੱਸੇਗਾ ਨਹੀਂ
ਕਹਿੰਦਾ ਕੰਨ 'ਚ ਦੱਸ ਦਿਓ। ਮੈਂ ਕਿਹਾ ਨਹੀਂ, ਕੰਨ 'ਚ ਕਰਨ ਮੈਂ ਖੁੱਲ੍ਹਾ ਤੁਹਾਨੂੰ ਦੱਸ ਦਿੰਦਾ, ਪਰ ਇਹ ਸ਼ਰਤ 'ਤੇ ਕਿ ਤੂੰ ਕਿਸੇ ਨੂੰ ਦੱਸੇਗਾ ਨਹੀਂ। ਕਹਿੰਦਾ ਜੀ ਹਾਂ ਚਲੋ ਮੈਂ ਤੁਹਾਡੀ ਸ਼ਰਤ ਮੰਨ ਲਈ, ਮੈਂ ਕਿਸੇ ਨੂੰ ਨਹੀਂ ਦੱਸਦਾ। ਮੈਂ ਕਿਹਾ ਫਿਰ ਲਿਖ ਕੇ ਰੱਖਣਾ ਤੇ ਲਿਖ ਕੇ ਰੱਖ ਲਾ, ਮੇਰੇ ਦਸਤਖਤ ਕਰਾਉਣੇ ਆ ਤੇ ਉਹ ਕਰਵਾ ਲਾ, ਐਫੀਡੇਵਿਟ ਲਿਆਉਣਾ ਤੇ ਮੈਂ ਉਹ ਬਣਾ ਦਿੰਦਾ। ਪਾਰਟੀ ਅਸਲ ਵਿੱਚ ਉਹ ਜਿੱਤਣੀ ਹੈ ਜਿਹਨੂੰ ਲੋਕਾਂ ਨੇ ਵੱਧ ਵੋਟਾਂ ਪਾਤੀਆਂ। ਕਹਿੰਦਾ ਇਹ ਤਾਂ ਮੈਨੂੰ ਵੀ ਪਤਾ। ਤੇ ਮੈਂ ਕਿਹਾ ਜੇ ਤੈਨੂੰ ਪਤਾ ਸੀ ਤੇ ਮੈਨੂੰ ਕਿਉਂ ਪੁੱਛਣ ਆ ਗਿਆ? ਆਹ ਮੌਕਾ ਹੈਗਾ ਜਿੱਥੇ ਮੈਂ ਤੈਨੂੰ ਦੱਸਾਂ ਕਿ ਕਿਹੜੀ ਪਾਰਟੀ ਜਿੱਤੂ। ਕੌਣ ਦੱਸ ਸਕਦਾ? ਵੱਡੇ ਵੱਡੇ ਨਜੂਮੀ ਜੋਤਸ਼ੀ ਕੋਈ ਨਹੀਂ ਦੱਸ ਸਕਦਾ। ਬਿਲਕੁਲ ਮੈਂ ਇਹੋ ਜਿਹੇ ਜੋਤਸ਼ੀਆਂ ਨੂੰ ਜਾਣਦਾ ਜਿਹੜੇ ਜੋਤਿਸ਼ ਲਾਉਂਦੇ ਪਿਓ ਪੁੱਤ, ਇੱਕ ਜਣਾ ਕਾਂਗਰਸ ਨੂੰ ਜਿਤਾਉਂਦਾ, ਇੱਕ ਅਕਾਲੀਆਂ ਨੂੰ। ਉਹ ਅੱਡ ਅੱਡ ਢੰਗਾਂ ਨਾਲ ਦੋਵੇਂ ਆਪੋ ਆਪਣਾ ਅਖਬਾਰ ਛਪਾ ਕੇ ਰੱਖ ਲੈਂਦੇ। ਦੋਵਾਂ ਜਿਹੜਾ ਇੱਕ ਜਿੱਤ ਗਿਆ ਉਹਦੇ ਵਾਲਾ ਆਪਣੇ ਘਰ ਲਾੜਨਾ, ਦੂਸਰਾ ਪਾੜ ਕੇ ਸੁੱਟਦਾ, ਪਰ ਮੁੜ ਕੇ ਅਗਲੇ 5 ਸਾਲ ਉਹਦੀ ਖੱਟੀ ਖਾਣੀ। ਅਸੀਂ ਤਾਂ ਜੀ ਪਹਿਲਾਂ ਹੀ ਕਹਿ ਦਿੱਤਾ ਸੀ ਫਲਾਣੀ ਪਾਰਟੀ ਜਿੱਤਣੀ ਹੈ। ਮੇਰੇ ਸਾਹਮਣੇ ਇਹੋ ਜਿਹੀ ਕੋਈ ਮਜਬੂਰੀ ਨਹੀਂ। ਇਸ ਕਰਕੇ ਮੈਂ ਉਹਨੂੰ ਬੜਾ ਸਾਫ਼ ਆਖਿਆ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣੀ ਪਾਰਟੀ ਜਿੱਤੇਗੀ। ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕਤੰਤਰੀ ਪ੍ਰਕਿਰਿਆ 'ਚ ਵੋਟਾਂ ਪਾਈਆਂ ਜਾਣ ਜਾਂ ਪਵਾਈਆਂ ਜਾਣ, ਜਿਹਦੇ ਪਾਸੇ ਜ਼ਿਆਦੀਆਂ ਵੋਟਾਂ ਹੋਈਆਂ ਉਹ ਜਿੱਤ ਜਾਏਗਾ ਜੀ। ਪਰ ਸੋ ਇੱਕ ਸਵਾਲ ਹੈ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆ ਕੇ ਪ੍ਰਚਾਰ ਕੀਤਾ, ਅਮਿਤ ਸ਼ਾਹ ਹੋਣੀ ਆਏ, ਰਾਜਨਾਥ ਹੋਣੀ ਆਏ ਹੈ, ਸਿੱਖ ਸੰਤਾਂ ਨਾਲ ਮੁਲਾਕਾਤ ਵੀ ਹੋਈ ਹੈ। ਪੰਜਾਬ ਵਿੱਚ ਬਹੁਤ ਸਾਰੇ ਡੇਰੇ ਆ ਜੋ ਪ੍ਰਭਾਵਿਤ ਕਰਦੇ ਆ। ਸਿੱਧੇ ਰੂਪ ਵਿੱਚ ਪਾਰਟੀ ਇੱਕ ਪਾਸੇ ਵੋਟ ਚੱਲ ਜਾਊਗੀ ਜਾਂ ਫਿਰ ਇਹ ਵੀ ਡਾਇਵਰਟ ਹੋ ਜਾਊਗੀ? ਨਹੀਂ, ਇਹਨਾਂ ਡੇਰਿਆਂ 'ਚੋਂ ਕੁਝ ਤਾਂ ਇਹੋ ਜਿਹੇ ਆ ਜਿਨ੍ਹਾਂ ਦੇ ਪੈਰੋਕਾਰਾਂ ਦੇ ਸਿਰ ਡੇਰੇ ਦੇ ਫਰਿੱਜ 'ਚ ਪਏ ਆ ਜੀ। ਉਹ ਜੋ ਇਹਨਾਂ ਨੇ ਕਹਿ ਦਿੱਤਾ ਇਨ ਬਿਨ ਉਹਨਾਂ ਨੇ ਲਾਗੂ ਕਰਨਾ। ਪਰ ਕੁਝ ਡੇਰੇ ਇਹੋ ਜਿਹੇ ਆ ਜਿੱਥੇ ਸੰਗਤ ਮਨ ਦੀ ਸ਼ਾਂਤੀ ਵਾਸਤੇ ਜਾਂਦੀ ਆ, ਚੰਗੀਆਂ ਗੱਲਾਂ ਵੀ ਸਿੱਖਦੀ ਹੈ। ਮੁਆਫ ਕਰਨਾ, ਜਿੱਥੇ ਪੰਜਾਬ ਦੇ ਵਿੱਚ ਸ਼ਰਾਬ ਪਿਆਲੇ ਦਾ ਵਹਿਣ ਵਗਦਾ ਸੀ, ਇੱਥੇ ਪੰਜਾਬ 'ਚ ਕਈ ਡੇਰੇ ਇਹੋ ਜਿਹੇ ਜਿਨ੍ਹਾਂ ਨੇ ਲੋਕਾਂ ਨੂੰ ਸ਼ਰਾਬ ਪਿਆਲਾ ਪੀਣ ਤੋਂ ਰੋਕਿਆ, ਨਸ਼ਿਆਂ ਤੋਂ ਰੋਕਿਆ ਜੀ। ਜਦੋਂ ਅਸੀਂ ਕਹਿੰਦੇ ਪੰਜਾਬ 'ਚ ਇੰਨੇ ਨਸ਼ੇ ਵੰਡੇ ਜਾ ਰਹੇ ਆ, ਇਹਨਾਂ ਡੇਰਿਆਂ ਦਾ ਕਦੇ ਜ਼ਿਕਰ ਨਹੀਂ ਆਉਂਦਾ ਕਿ ਉੱਥੇ ਵੀ ਨਸ਼ੇ ਵੰਡੇ ਜਾ ਰਹੇ। ਇਹਦੇ ਬਾਵਜੂਦ ਜਿਹੜੇ ਲੋਕ ਮਨ ਦੀ ਸ਼ਾਂਤੀ ਵਾਸਤੇ ਉੱਥੇ ਜਾਂਦੇ ਆ, ਬਾਬਾ ਜੀ ਇਸ਼ਾਰਿਆਂ 'ਚ ਕਹਿ ਦੇਣ ਕਿ ਫਲਾਣੇ ਦੀ ਮਦਦ ਕਰਨੀ, ਉੱਥੇ ਸਿਰ ਲਾ ਆਉਂਦੇ ਆ। ਘਰ ਆ ਕੇ ਫਿਰ ਇਹ ਸੋਚਦੇ ਕਿ ਸਾਨੂੰ ਉਹਦਾ ਕੀ ਫਾਇਦਾ ਹੋਊਗਾ। ਬਾਬਾ ਜੀ ਦੇ ਨਾਲ ਆ, ਡੇਰੇ ਦੇ ਨਾਲ ਆ, ਚੰਗੀਆਂ ਗੱਲਾਂ ਦੇ ਨਾਲ ਆ। ਜੇ ਕੋਈ ਉਹੋ ਜਿਹੀ ਸਲਾਹ ਦੇਣ ਨਾ ਮੰਨਾਂਗੇ, ਅਸੀਂ ਕੋਈ ਉਹਨਾਂ ਦੇ ਖਰੀਦੇ ਤਾਂ ਨਹੀਂ। ਜਿਹੜੇ ਇੱਕ ਡੇਰੇ ਦੀ ਅਸੀਂ ਪਹਿਲਾਂ ਚਰਚਾ ਕਰਕੇ ਹਟੇ ਕਿ ਉਹਨਾਂ ਨੇ ਅੱਜ ਪੱਤੇ ਖੋਲ੍ਹਤੇ ਜੀ, ਉਹਦੀ ਚਰਚਾ ਸਾਨੂੰ ਇਸ ਕਰਕੇ ਕਰਨੀ ਪੈਂਦੀ ਹੈ ਕਿ ਉਸ ਡੇਰੇ ਦਾ ਇੱਕ ਬਕਾਇਦਾ ਪੋਲੀਟੀਕਲ ਵਿੰਗ ਬਣਿਆ। ਉਸ ਪੋਲੀਟੀਕਲ ਵਿੰਗ ਨੇ ਫੈਸਲਾ ਕਰਨਾ ਹੁੰਦਾ ਤੇ ਉਹ ਫੈਸਲੇ ਕਈ ਵਾਰੀ ਵਿੰਗ ਤੜਿੰਗੇ ਕਰ ਦਿੰਦਾ। ਉਸ ਪੋਲੀਟੀਕਲ ਵਿੰਗ ਦੇ ਵਿੰਗ ਤੜਿੰਗੇ ਫੈਸਲਿਆਂ ਦੇ ਵਿੱਚੋਂ ਹੀ ਇਸ ਵਾਰੀ ਵੀ ਇੱਥੇ ਇਹਦੀ ਮਦਦ ਕਰਨੀ, ਇੱਥੇ ਇਹਦੀ ਕਰਨੀ, ਇੱਥੇ ਇਹਦੀ ਕਰਨੀ ਹੈ। ਉਹਦਾ ਕਰਕੇ ਉਸ ਡੇਰੇ ਦੀਆਂ ਸੰਗਤਾਂ 'ਚ, ਉਹਦੇ ਪੈਰੋਕਾਰਾਂ ਦੇ ਵਿੱਚ ਇਸ ਗੱਲ ਦੀ ਵੰਡ ਹੈ। ਕੁਝ ਲੋਕ ਕਹਿੰਦੇ ਆ ਕਿ ਸਾਨੂੰ ਕਿਸੇ ਦੀ ਮਦਦ ਕਰਨੀ ਨਹੀਂ ਚਾਹੀਦੀ ਜੀ। ਅੱਗੇ ਰਾਜਨੀਤਿਕ ਲੀਡਰਾਂ ਦੀ ਮਦਦ ਕਰ ਕਰਕੇ ਚੋਣਾਂ 'ਚ ਅਸੀਂ ਹੱਥ ਛੜਾਏ ਆ, ਨੁਕਸਾਨ ਕਰਾਇਆ। ਡੇਰੇ ਦਾ ਮੁਖੀ ਅਸੀਂ ਜੇਲ੍ਹ 'ਚ ਭਜਵਾ ਬੈਠੇ, ਅਸੀਂ ਕੀ ਖੱਟਿਆ। ਕੁਝ ਇਹੋ ਜਿਹੇ ਜਿਹੜੇ ਕਹਿੰਦੇ ਨੇ ਡੇਰੇ ਦੀ ਮਜ਼ਬੂਤੀ ਇਸੇ ਗੱਲ 'ਚ ਆ ਕਿ ਸਾਨੂੰ ਮਦਦ ਕਰਨੀ ਚਾਹੀਦੀ ਹੈ। ਪਰ ਇੱਕ ਤੀਸਰੀ ਧਿਰ ਜਿਹੜੀ ਕਹਿੰਦੇ ਨਾ ਵਿਰੋਧ ਕਰੋ, ਨਾ ਹਮਾਇਤ ਕਰੋ, ਤੁਸੀਂ ਇੱਦਾਂ ਕਰੋ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿੱਥੇ ਜਿੱਥੇ ਕਰਨਾ ਚਾਹੀਦਾ। ਤੁਸੀਂ ਇਹ ਵੇਖੋ ਕਿ ਉੱਥੇ ਲੋਕਲ ਲੈਵਲ 'ਤੇ ਕਿਹੜਾ ਲੀਡਰ ਹੈ ਜਿਹੜਾ ਤੁਹਾਡੇ ਨਾਲ ਖਲੋ ਸਕਦਾ, ਉਹਦੀ ਮਦਦ ਕਰ ਦਿਓ ਜੀ। ਕਿਸੇ ਇਲਾਕੇ 'ਚ ਕਿਸੇ ਦੀ ਕਰੋ, ਕਿਸੇ ਦੇ ਵਿੱਚ ਕਿਸੇ ਦੀ ਕਰ ਦਿਓ, ਅੱਡ ਅੱਡ ਥਾਵਾਂ 'ਤੇ ਕਰ ਦਿਓ, ਵੰਡ ਵੀ ਮਦਦ ਕਰੋ। ਪਰ ਬਹੁਤੀ ਰਾਏ ਉਹਨਾਂ 'ਚ ਇਹ ਹੈ ਕਿ ਨਹੀਂ, ਇਸ ਵਾਰੀ ਜਾਓ ਤੇ ਨੋਟਾ ਦਾ ਬਟਨ ਵੀ, ਅਸੀਂ ਕਿਸੇ ਵੀ ਉਮੀਦਵਾਰ ਨਾਲ ਸਹਿਮਤ ਨਹੀਂ, ਨੋਟਾ ਦਾ ਬਟਨ ਦਬਾ ਕੇ ਮੁੜੋ। ਇਸ ਡੇਰੇ ਦਾ ਇਹ ਰਿਵਾਜ ਹੈ ਕਿ ਪਿਛਲੇ 30 ਸਾਲਾਂ ਤੋਂ ਤਾਂ ਮੈਂ ਵੀ ਵੇਖਦਾ ਪਿਆ, ਇਹ ਜਿੱਥੇ ਕਹਿ ਦਿੰਦੇ ਸੀ ਇਹਨਾਂ ਦੇ ਪੈਰੋਕਾਰ ਇੱਕੋ ਥਾਂ ਦੇ ਉੱਤੇ ਬੱਝਾ ਨੋਟਾਂ ਦਾ ਰੁੱਗ ਪਾਉਂਦੇ ਹੁੰਦੇ ਸੀ, ਟੋਕਰੀਆਂ ਭਰ ਪੈਂਦੀਆਂ ਸੀ। ਇੱਕ ਵਾਰੀ ਤਾਂ ਇੱਦਾਂ ਵੀ ਹੋਇਆ ਸੀ ਕਿ ਇਹਨਾਂ ਨੇ ਐਲਾਨ ਇੱਕ ਪਾਰਟੀ ਦੇ ਪੱਖ ਦਾ ਕੀਤਾ ਤੇ ਵੋਟਾਂ ਦੂਜੀ ਨੂੰ ਪਵਾਈਆਂ। ਔਰ ਐਡਾ ਸੀਕਰਟ ਮਿਸ਼ਨ ਸੀ ਇਹਨਾਂ ਦਾ ਕਿ ਜਿਹੜੀ ਪਾਰਟੀ ਦੇ ਹੱਕ ਦਾ ਐਲਾਨ ਕਰਕੇ ਉਹ ਤੋਂ ਗੱਡੀਆਂ ਵੀ ਲਈਆਂ, ਤੇਲ ਵੀ ਲਿਆ, ਰਾਹ ਦਾ ਰੋਟੀ ਪਾਣੀ ਦਾ ਖਰਚਾ ਵੀ ਇਹਨਾਂ ਦੇ ਬੰਦਿਆਂ ਨੇ ਲਿਆ। ਉਸ ਪਾਰਟੀ ਨੂੰ ਇੱਕ ਵੀ ਵੋਟ ਨਹੀਂ ਪਾਈ ਤੇ ਸਾਰੀਆਂ ਵੋਟਾਂ ਦੇ ਖਿਲਾਫ ਪਾਤੀਆਂ ਸੀ। ਜੇ ਡੇਰਿਆਂ 'ਚ ਬੈਠੇ ਲੋਕ ਇਸ ਕਿਸਮ ਦੀਆਂ ਚੁਸਤੀਆਂ ਵੀ ਕਰ ਲੈਂਦੇ ਨੇ ਤੇ ਫਿਰ ਹੋਰ ਉਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਉਹੀ ਡੇਰਾ ਜਿਹੜਾ ਇੰਨੇ ਵੱਡੇ ਬੰਦੇਜ ਵਿੱਚ ਵੱਜਾ ਹੁੰਦਾ ਸੀ, ਜਿਹ ਤੋਂ ਇਹ ਸੋਚਿਆ ਨਹੀਂ ਜਾ ਸਕਦਾ ਕਿ ਉਹਨਾਂ ਦਾ ਇੱਕ ਵੀ ਪੈਰੋਕਾਰ ਕਿਤੇ ਦੋ ਕਰਮਾਂ ਵੀ ਪਾਸੇ ਜਾਵੇਗਾ। ਅੱਜ ਜਦੋਂ ਉਸ ਡੇਰੇ ਦੇ ਲੋਕ ਵੀ ਇਹ ਕਹਿੰਦੇ ਆ ਕਿ ਹੁਕਮ ਜੋ ਮਰਜ਼ੀ ਆ ਜੇ, ਅਸੀਂ ਤਾਂ ਵੋਟ ਪਾਉਣ ਨਹੀਂ ਜਾਣਾ ਜੀ, ਜੇ ਗਏ ਵੀ ਚਾਹੀਦੇ ਫਲਾਣੇ ਨੂੰ ਪਾ ਆਉਣੀ ਆ। ਫਿਰ ਉਸ ਡੇਰੇ ਦੀ ਲੀਡਰਸ਼ਿਪ ਨੂੰ, ਡੇਰੇ ਦੇ ਧਾਰਮਿਕ ਮੁਖੀ ਨੂੰ, ਉਹਨਾਂ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਤੋਂ ਕਿਤੇ ਨਾ ਕਿਤੇ ਕੋਈ ਗਲਤੀ ਤਾਂ ਨਹੀਂ ਹੋਈ। ਜਿਹੜੀਆਂ ਸੰਗਤਾਂ ਸਾਡੇ ਹੁਕਮ ਮੰਨਣ ਤੋਂ, ਜਾਂ ਹੁਕਮ ਨਾ ਸਹੀ ਸਲਾਹ ਹੀ ਸਹੀ, ਕੋਈ ਆਦੇਸ਼ ਕੋਈ ਨਿਰਦੇਸ਼ ਮੰਨਣ ਤੋਂ ਨਾ ਕਰੀ ਜਾਂਦੀਆਂ ਨੇ, ਕਿਤੇ ਨਾ ਕਿਤੇ ਕੋਈ ਗਲਤੀ ਹੋਈ ਜਾਪਦੀ ਹੈ। ਉਹ ਉਹਨਾਂ ਨੂੰ ਆਪਣੀ ਗਲਤੀ ਪਛਾਣਨੀ ਚਾਹੀਦੀ ਹੈ। ਗੱਲ ਤਾਂ ਪੰਨ ਸਾਹਿਬ ਬਿਲਕੁਲ ਠੀਕ ਹੈ। ਚਲੋ ਦੇਖਦੇ ਹਾਂ ਕੱਲ੍ਹ ਲੋਕਾਂ ਨੇ ਆਉਣ ਵਾਲਾ ਸਮਾਂ 5 ਸਾਲ ਲਈ ਤੈਅ ਕਰ ਦੇਣਾ ਕਿਹਨੂੰ ਵੋਟ ਪਾਉਣੀ ਹੈ। ਤੁਸੀਂ ਖਬਰਾਂ 'ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ।
ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਹੈ ਕਿ ਕੱਲ੍ਹ ਨੂੰ ਵੋਟਾਂ ਹੈ, ਜਦੋਂ ਵੀ ਬਟਨ ਦੱਬਣਾ ਤੇ ਇਹ ਸੋਚ ਲਿਓ ਕਿ ਆਉਣ ਵਾਲੇ 5 ਸਾਲ ਨੇ ਕਿਹੜਾ ਲੀਡਰ ਚੁਣਨਾ ਹੈ, ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ, ਇਹ ਤੁਸੀਂ ਤੈਅ ਕਰਨਾ ਹੈ। ਵੋਟ ਪਾਉਣੀ ਵੀ ਜ਼ਰੂਰੀ ਹੈ, ਜਾਇਓ ਵੀ ਸਾਰੇ ਜ਼ਰੂਰ, ਪਰ ਭਵਿੱਖ ਦਾ ਖਿਆਲ ਰੱਖਿਓ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।